सेवक की अरदास प्यारे। सेवक की अरदास प्यारे। सेवक की अरदास प्यारे। जप जीवा जप जीवा प्रभु चरण तुम्हारे। जप जीवा प्रभु चरण तुम्हारे। प्रभु चरण तुम्हारे। सेवक की अरदास प्यारे। सेवक की अरदास प्यारे। तू बेअंत को विरला जाने। गुर प्रसाद कुशब्द पछाणे। गुर प्रसाद को शब्द पछाणे। को शब्द पछाणे। सेवक की अरदास प्यारे। सेवक की अरदास प्यारे। जप जीवा प्रभु चरण तुम्हारे। जप जीवा
प्रभु चरण तुम्हारे, प्रभु चरण तुम्हारे। सेवक की अरदास प्यारे, सेवक की अरदास प्यारे। दयाल पुरख मेरे प्रभु दाते, दयाल पुरख मेरे प्रभु दाते, जिससे जनाओ तिन्हें तुम जाते, जिससे जनाओ तिन्हें तुम जाते, तिन्हें तुम जाते। सेवक की अरदास प्यारे, सेवक की अरदास प्यारे। जप जीवा प्रभु चरण तुम्हारे, जप जीवा प्रभु चरण तुम्हारे, प्रभु चरण तुम्हारे। सेवक की अरदास प्यारे, सेवक की अरदास प्यारे। सदा सदा जाई बलिहारी, इत उत देखो ओट तुम्हारी, इत उत ओट तुम्हारी, ओट तुम्हारी। सेवक की अरदास प्यारे,
सेवक की अरदास प्यारे, जप जीवा प्रभ चरण तुम्हारे, जप जीवा प्रभ चरण तुम्हारे, प्रभ चरण तुम्हारे, सेवक की अरदास प्यारे, सेवक की अरदास प्यारे। मोहे निर्गुण गुण किछु न जाता, नानक साधु देख मन राता, देख मन राता, देख मन राता, सेवक की अरदास प्यारे, सेवक की अरदास प्यारे, जप जीवा प्रभ चरण तुम्हारे, जप जीवा प्रभ चरण तुम्हारे, प्रभ चरण तुम्हारे, सेवक की अरदास प्यारे, सेवक की अरदास प्यारे, अरदास प्यारे, अरदास प्यारे। जप जीवा प्रभ चरण तुम्हारे, प्रभ चरण तुम्हारे, प्रभ चरण तुम्हारे रहाओ। ਅਸੀਂ ਸਭ ਨੇ ਰਲ ਕੇ ਜੋ ਸ਼ਬਦ ਗਾਇਨ ਕੀਤਾ, ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸ਼ਬਦ ਦਾ ਸਿਰਲੇਖ ਲਿਖਿਆ ਹੋਇਆ ਵੱਡਾ ਹੰਸ ਮਹਿਲਾ ਪੰਜਵਾਂ, ਵੱਡਾ ਹੰਸ ਰਾਗ ਵਿੱਚ ਗੁਰੂ ਅਰਜਨ ਪਾਤਸ਼ਾਹ ਦਾ ਇਹ ਸ਼ਬਦ ਹੈ। ਬਾਣੀ ਦੀ ਬਣਤਰ ਦੇ ਮੁਤਾਬਕ ਅਸੀਂ ਸਭ ਜਾਣਦੇ ਹਾਂ ਕਿ ਬਾਣੀ 'ਚ
ਰਹਾਉ ਲਿਖਿਆ ਮਿਲਦਾ ਹੈ। ਰਹਾਉ ਸ਼ਬਦ ਦਾ ਸੈਂਟਰਲ ਆਈਡੀਆ ਹੁੰਦਾ। ਆਪ ਜੀ ਸਾਰੇ ਸਕਰੀਨ 'ਤੇ ਸ਼ਬਦ ਨੂੰ ਦੇਖ ਰਹੇ ਹੋ। ਅਸੀਂ ਜਦੋਂ ਬਾਣੀ ਦੇ ਅਰਥ ਸਮਝਦੇ ਹਾਂ ਤਾਂ ਅਸੀਂ ਕੋਈ ਕਿਸੇ ਜਗ੍ਹਾ ਲਿਖੇ ਹੋਏ ਕੋਈ ਸਟੀਕ ਦੇ ਅਰਥ ਸਾਂਝ ਨਹੀਂ ਕਰਦੇ ਹਾਂ। ਦੂਜੀ ਗੱਲ, ਜਿਹੜੇ ਅਰਥ ਅਸੀਂ ਸਾਂਝ ਕਰਦੇ ਹਾਂ ਉਹ ਮੇਰੀ ਇੰਟਰਪ੍ਰੀਟੇਸ਼ਨ ਨਹੀਂ ਹੁੰਦੀ। ਉਹ ਇੰਝ ਨਹੀਂ ਹੈ ਕਿ ਜਿਸ ਤਰ੍ਹਾਂ ਭੁਪਿੰਦਰ ਸਿੰਘ ਨੂੰ ਸਮਝ ਆਈ ਉਹ ਆਪਣੀ ਮਨ ਮਰਜ਼ੀ ਕਰਦਾ, ਇਸ ਤਰ੍ਹਾਂ ਨਹੀਂ ਹੈ। ਅਸੀਂ ਬਾਣੀ ਦੀ ਬਣਤਰ, ਬਾਣੀ ਦੇ ਇੰਟਰਨਲ ਲੌਜਿਕਸ, ਬਾਣੀ ਦੇ ਅੰਤਰੀ ਭਾਵ ਦੇ ਅੰਦਰ ਕ੍ਰੋਸ ਚੈੱਕਸ ਦੇ ਨਾਲ ਜੋ ਬਾਣੀ ਦੇ ਅਰਥ ਬਣਦੇ ਹਨ, ਅਸੀਂ ਉਹ ਸਮਝਣ ਦਾ ਯਤਨ ਕਰਦੇ ਹਾਂ। ਅਤੇ ਅਸੀਂ ਕੇਵਲ ਲਫ਼ਜ਼ੀ ਉਚਾਰਨ ਜਾਂ ਗ੍ਰਾਮਰ ਤੱਕ ਵੀ ਮਹਦੂਦ ਨਹੀਂ ਰਹਿੰਦੇ ਹਾਂ। ਸਾਨੂੰ ਲਫ਼ਜ਼ੀ ਸ਼ੁੱਧ ਉਚਾਰਨ ਕਰਨਾ ਚਾਹੀਦਾ, ਸਾਨੂੰ ਗ੍ਰਾਮਰ ਜ਼ਰੂਰ ਸਮਝਣੀ ਚਾਹੀਦੀ ਹੈ, ਲੇਕਿਨ ਆਪਣੇ ਉੱਤੇ ਟੁਕਾਉਣ ਵਾਸਤੇ ਜਦੋਂ ਅਸੀਂ ਅਰਥ ਸਮਝਦੇ ਨੇ ਤਾਂ ਅਸੀਂ ਉਹਦੇ ਭਾਵ ਅਰਥਾਂ ਨੂੰ ਸਮਝਦੇ ਹਾਂ। ਉਹ ਗ੍ਰਾਮਰ ਤੋਂ ਵੀ ਉੱਪਰ ਹੁੰਦੇ ਨੇ ਕਿ ਮੈਂ ਇਸ ਬਾਣੀ 'ਤੇ ਅੱਜ ਦੇ ਸ਼ਬਦ ਮੁਤਾਬਕ ਪ੍ਰੈਕਟੀਕਲ ਕਿਵੇਂ ਜੀ ਸਕਾਂ। ਸੋ ਜਿਸ ਤਰ੍ਹਾਂ ਕਿ ਅਸੀਂ ਬਾਣੀ 'ਚੋਂ ਪ੍ਰੈਕਟੀਕਲ ਅਰਥਾਂ ਨੂੰ ਸਮਝਣ ਦਾ ਯਤਨ ਕਰਦੇ ਹਾਂ, ਉਹਦਾ ਇੱਕ ਮੈਂ ਟੂਕ ਮਾਤਰ ਐਗਜ਼ਾਮਪਲ ਦੇਣਾ ਚਾਹੁੰਦਾ। ਸ਼ਰਾਧ ਦੇ ਦਿਨਾਂ ਵਿੱਚ ਪਿਤਰਾਂ ਨੂੰ ਭੋਜਨ ਪਹੁੰਚਾਉਣ ਦੀ ਪ੍ਰਚਲਿਤ ਰਵਾਇਤ ਹੈ। ਗੁਰਮਤਿ ਅਨੁਸਾਰ ਪਹਿਲਾ ਸਵਾਲ ਤੇ ਸਾਨੂੰ ਇਹ ਉਠਾਇਆ ਜਾਂਦਾ ਹੈ, ਪੁੱਛਦੇ ਨੇ ਜੀਵਤ ਪਿਤਰ ਨਾ ਮਾਨੈ ਕੋ ਮੋਇਆ ਸ਼ਰਾਧ ਕਰਾਈ। ਤਾਂ ਇਹ ਵਾਲੀ ਗੱਲ ਪੁਰਾਣੇ ਸਮੇਂ 'ਚ ਵਾਪਰਦੀ ਸੀ ਕਿ ਨਹੀਂ ਵਾਪਰਦੀ ਸੀ ਕਿ ਜੀਂਦੇ ਜੀ ਮਾਂ ਪਿਓ ਨੂੰ ਪੁੱਛੋ ਜਾਂ ਨਾ ਪੁੱਛੋ, ਬਾਅਦ ਵਿੱਚ ਸ਼ਰਾਧ ਕਰਾਓ। ਲੇਕਿਨ ਅੱਜ ਇਹ ਗੱਲ ਦੇਖਣ ਵਿੱਚ ਬਹੁਤ ਹੀ ਜ਼ਿਆਦਾ ਅਫਸੋਸਜਨਕ ਹੋ ਗਈ ਹੈ ਕਿ ਅੱਜ ਕੱਲ੍ਹ ਮਾਂ ਪਿਓ ਇਗਨੋਰ ਹੋ ਰਹੇ ਨੇ। ਔਰ ਮੈਂ ਕਿਸੇ 'ਤੇ ਉਂਗਲ ਚੁੱਕ ਕੇ ਨਹੀਂ ਕਹਿ ਸਕਦਾ, ਮੈਨੂੰ ਆਪਣੇ ਆਪ 'ਤੇ ਵੀ ਸ਼ਰਮ ਆਉਂਦੀ ਹੈ ਕਿ ਜਦੋਂ ਮੈਂ ਪਹਿਲਾਂ ਸਵੇਰੇ ਉੱਠਦਾ ਸੀ, ਮੈਂ ਉੱਠ ਕੇ ਬਾਥਰੂਮ ਜਾ ਕੇ ਇਸ਼ਨਾਨ ਕਰਕੇ ਪਹਿਲਾਂ ਨਿਤਨੇਮ ਕਰਦਾ ਸੀ, ਔਰ ਜਾਂ ਨਿਤਨੇਮ ਤੋਂ ਪਹਿਲਾਂ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦਾ ਸੀ, ਜਾਂ ਫਿਰ ਮੈਂ ਸਭ ਤੋਂ ਪਹਿਲਾਂ ਆਪਣੇ ਮਾਤਾ ਪਿਤਾ ਨੂੰ ਮੱਥਾ ਟੇਕਦਾ ਸੀ, ਉਹਨਾਂ ਦਾ ਹਾਲ ਚਾਲ ਪੁੱਛਦਾ ਸੀ, ਫਿਰ ਉਸ ਤੋਂ ਬਾਅਦ ਆਪਣੇ ਸਾਰੇ ਨਿਤਨੇਮ ਦੇ ਕਰਮ ਕਰਦਾ ਸੀ। ਪਰ ਜਦੋਂ ਤੋਂ WhatsApp ਆਇਆ ਤਾਂ ਤੋਂ ਮੈਂ ਮਹਿਸੂਸ ਕਰ ਰਿਹਾ, ਲੋਕਾਂ ਨੂੰ ਕੀ ਉਂਗਲ ਚੁੱਕਣੀ ਹੈ, ਮੈਨੂੰ ਮਹਿਸੂਸ ਹੋ ਰਿਹਾ ਕਿ ਅੱਖਾਂ ਮਲਦਿਆਂ ਮਲਦਿਆਂ ਬੈੱਡ ਤੋਂ ਜਦ ਅਸੀਂ ਉੱਠਦੇ ਹਾਂ ਤਾਂ ਸਾਡਾ ਧਿਆਨ ਪਹਿਲਾਂ WhatsApp 'ਤੇ ਜਾਂਦਾ ਹੈ, ਜਿਵੇਂ ਕਿ ਕੋਈ ਇਤਨਾ ਇੰਪੋਰਟੈਂਟ ਮੈਸੇਜ ਆ ਗਿਆ, ਜੇ ਮੈਂ ਹੁਣੇ ਨਾ ਵੇਖਿਆ ਤਾਂ ਧਰਤੀ ਢਹਿ ਪਏਗੀ ਔਰ ਮੈਂ ਬਹੁਤ ਇੰਪੋਰਟੈਂਟ ਬੰਦਾ ਹਾਂ, ਮੈਨੂੰ ਕਿਸੇ ਨੇ ਬੜਾ ਇੰਪੋਰਟੈਂਟ ਮੈਸੇਜ ਦਿੱਤਾ। ਇਹਦੇ ਨਾਲ ਮੇਰਾ ਨਿਤਨੇਮ, ਮੇਰਾ ਇਸ਼ਨਾਨ, ਮੇਰਾ ਬਾਥਰੂਮ ਜਾਣਾ, ਮੇਰੇ ਮਾਤਾ ਪਿਤਾ ਬਾਰੇ ਸਤਿਕਾਰ ਸਭ ਕੁਝ ਇਗਨੋਰ ਹੋ ਗਿਆ ਔਰ ਡਿਲੇ ਹੋ ਗਿਆ। ਅਤੇ ਅੱਜ ਕੱਲ੍ਹ ਦੇ ਨੌਜਵਾਨ ਆਪਣੇ ਕੰਮਾਂ 'ਚ ਇਤਨੇ ਖਚਤ ਹਨ ਕਿ ਉਹਨਾਂ ਨੂੰ ਆਪਣੇ ਮਾਤਾ ਪਿਤਾ ਕੋਲ ਬੈਠਣ ਦਾ ਸਮਾਂ ਹੀ ਨਹੀਂ ਹੈ। ਜਿਹੜੇ ਤੇ ਕੰਮਾਂ 'ਤੇ ਜਾਂਦੇ ਨੇ ਜਾਂ ਪੜ੍ਹਾਈਆਂ ਕਰਦੇ ਨੇ ਉਹਨਾਂ ਨੂੰ ਤਾਂ ਸਮਾਂ ਬਿਲਕੁਲ ਹੀ ਨਹੀਂ ਹੈ, ਲੇਕਿਨ ਜਿਹੜੇ ਘਰ ਬੈਠੇ ਨੇ ਉਹ ਮੇਰੇ ਵਾਂਗੂ ਸੈੱਲ ਫੋਨ 'ਤੇ ਬਿਜ਼ੀ ਰਹਿੰਦੇ ਨੇ। ਉਹਨਾਂ ਵਾਸਤੇ ਸੈੱਲ ਫੋਨ ਜ਼ਿਆਦਾ ਜ਼ਰੂਰੀ ਹੈ, ਮਾਤਾ ਪਿਤਾ ਸੈਕੰਡਰੀ ਨੇ। ਇਹ ਤੇ ਗੱਲ ਹੋਰ ਜ਼ਿਆਦਾ ਢੁਕੇਗੀ ਕਿ ਜੀਂਦਿਆਂ ਜੀ ਤੇ ਤੂੰ ਮਾਤਾ ਪਿਤਾ ਨੂੰ ਮੰਨਦਾ ਨਹੀਂ ਹੈ। ਮੋਇਆ ਸ਼ਰਾਧ ਕਰਾਈ, ਜੀਵਤ ਪਿਤਰ ਨਾ ਮਾਨੇ ਕੋਈ ਮੋਇਆ ਸ਼ਰਾਧ ਕਰਾਈ। ਬੜੇ ਆਪਣੇ ਆਪ ਨੂੰ ਵਿਅੰਗ ਦੇ ਢੰਗ ਨਾਲ ਟੁੰਬਣਾ, ਪੁੱਛਣਾ। ਅੱਛਾ, ਜਦੋਂ ਹੁਣ ਅਸੀਂ ਪ੍ਰੈਕਟੀਕਲ ਅਰਥ ਲੱਭਾਂਗੇ ਤਾਂ ਪ੍ਰੈਕਟੀਕਲ ਅਰਥ ਲੱਭਣ ਵੇਲੇ ਅਸੀਂ ਪ੍ਰਚਲਿਤ ਅਰਥਾਂ ਤੋਂ ਛੁੱਟ ਜਾਵਾਂਗੇ। ਪ੍ਰਚਲਿਤ ਅਰਥ ਕੀ ਨੇ? ਪੂਤਾ ਮਾਤਾ ਕੀ ਅਸੀਸ ਸ਼ਬਦ ਪੜ੍ਹਿਆ ਜਾਂਦਾ ਹੈ ਔਰ ਉਸ ਦੇ ਉੱਪਰਲਾ ਪਹਿਲਾ ਪਦਾ ਪੜ੍ਹਿਆ ਜਾਂਦਾ ਹੈ, ਜਿਸ ਸਿਮਰਤ ਸਭ ਕਿਲ ਵਿਖ ਨਾਸੈ ਪਿਤਰੀ ਹੋਏ ਉਧਾਰੋ। ਤਾਂ ਮੈਨੂੰ ਪੁੱਛਿਆ ਜਾਏਗਾ, ਜੀਂਦੇ ਜੀ ਤੇ ਤੂੰ ਮਾਤਾ ਪਿਤਾ ਨੂੰ ਮੰਨਦਾ ਨਹੀਂ ਸੀ, ਉਹਨਾਂ ਦਾ ਸਤਿਕਾਰ ਨਹੀਂ ਸੀ ਕਰਦਾ, ਉਹਨਾਂ ਦੀ ਸੇਵਾ ਨਹੀਂ ਸੀ ਕਰਦਾ, ਔਰ ਮਰਨ ਤੋਂ ਬਾਅਦ ਉਹਨਾਂ ਦਾ ਉਧਾਰ ਤੂੰ ਕਿਵੇਂ ਕਰ ਲੇਂਗਾ? ਜੋ ਉਹਨਾਂ ਦੀਆਂ ਗਲਤੀਆਂ ਹੋਈਆਂ ਉਹਨਾਂ ਦਾ ਉਧਾਰ ਤੂੰ ਕਿਵੇਂ ਕਰ ਲੇਂਗਾ? ਆਪਣੀ ਗਲਤੀਆਂ ਦਾ ਤਾਂ ਤੂੰ ਉਧਾਰ ਕਰ ਨਹੀਂ ਸਕਿਆ।
ਪ੍ਰਥਮੈ ਮਨ ਪ੍ਰਬੁੱਧ ਹੈ, ਆਪਣਾ ਪਾਛੈ ਅਵਰ ਰਿਝਾਵੈ। ਤੈਨੂੰ ਤੇ ਇਹ ਕੰਮ ਕਰਨਾ ਸੀ ਕਿ ਪਹਿਲਾਂ ਤੂੰ ਆਪਣੇ ਆਪ ਨੂੰ ਫਿਕਸ ਅਪ ਕਰ। ਤੂੰ ਆਪਣੇ ਮੰਮੀ ਪਾਪਾ ਦਾ ਉਧਾਰ ਜਾਂ ਆਪਣੇ ਐਨਸੈਸਟਰਸ ਦਾ ਉਧਾਰ ਕਿਵੇਂ ਕਰ ਲਏਗਾ। ਇਹ ਮੈਂ ਟੂਕ ਮਾਤਰ ਤੁਹਾਡੇ ਨਾਲ ਸ਼ਰਾਧਾਂ ਬਾਰੇ ਗੱਲ ਕੀਤੀ ਹੈ। ਬਾਣੀ ਨੂੰ ਪ੍ਰੈਕਟੀਕਲ ਆਪਣੇ 'ਤੇ ਕਿਵੇਂ ਟੁਕਾਈਦਾ ਹੈ। ਮਨ ਪੁੱਤਰ ਨੂੰ ਪੂਤਾ ਕਿਹਾ ਗਿਆ ਔਰ ਆਸੀਸ ਸਤਿਗੁਰ ਵੱਲੋਂ ਦਿੱਤੀ ਗਈ ਹੈ, ਮਾਤਾ ਕੀ ਆਸੀਸ। ਇਹਦੇ ਨਾਲ ਉਹਦੀ ਮੱਤ ਫਿਕਸਅਪ ਹੁੰਦੀ ਹੈ ਔਰ ਜਦੋਂ ਉਹਦੀ ਮੱਤ ਫਿਕਸਅਪ ਹੁੰਦੀ ਹੈ ਤਾਂ ਸਾਡੇ ਸਭ ਦੀ, ਭਾਵੇਂ ਕੋਈ ਇਸਤਰੀ ਹੈ, ਭਾਵੇਂ ਮਰਦ ਹੈ, ਭਾਵੇਂ ਛੋਟਾ ਹੈ, ਕੋਈ ਵੱਡਾ ਹੈ, ਜੋ ਮਰਜ਼ੀ ਹੈ, ਹਰ ਕਿਸੇ ਦੀ ਮੱਤ ਹੁੰਦੀ ਹੈ। ਮੱਤ ਨੂੰ ਮਾਤਾ ਕਹਿੰਦੇ ਨੇ ਔਰ ਹਰ ਕਿਸੇ ਕੋਲ ਸੰਤੋਖ ਰੂਪੀ ਪਿਤਾ ਹੁੰਦਾ ਹੈ। ਜੋ ਆਪਣੇ ਸੰਤੋਖ ਰੂਪੀ ਪਿਤਾ ਨੂੰ ਨਾ ਵਰਤੇ ਤਾਂ ਉਹ ਕੰਟੈਂਟਿਡ ਨਹੀਂ ਹੁੰਦਾ, ਉਹ ਸੰਤੋਖੀ ਨਹੀਂ ਹੁੰਦਾ। ਸੰਤੋਖੀ ਦੀਆਂ ਨਿਸ਼ਾਨੀਆਂ ਹੁੰਦੀਆਂ ਖਾਣ ਪੀਣ ਤੋਂ ਲੈ ਕੇ ਕੱਪੜਿਆਂ ਤੋਂ ਇਲਾਵਾ ਲੈ ਕੇ ਏਅਰ ਕੰਡੀਸ਼ਨ ਤੋਂ ਲੈ ਕੇ ਕਾਰਾਂ ਦੇ ਸੁੱਖ ਆਰਾਮ, ਇਹਨਾਂ ਸਾਰਿਆਂ ਵਿਚਕਾਰ ਉਹ ਖਚਤ ਰਹਿੰਦਾ ਹੈ। ਜਿਤਨਾ ਖਚਤ ਰਹਿੰਦਾ ਉਤਨਾ ਇਹਨਾਂ 'ਤੇ ਡਿਪੈਂਡੈਂਟ ਹੋ ਜਾਂਦਾ ਹੈ। ਔਰ ਜੇਕਰ ਮੈਂ ਡਿਪੈਂਡੈਂਟ ਹਾਂ ਪਦਾਰਥਵਾਦ ਦੀ ਗੇਮ ਵਿੱਚ, ਤਾਂ ਮੈਂ ਆਪਣੇ ਬੱਚਿਆਂ ਨੂੰ ਵੀ ਡਿਪੈਂਡ ਹੀ करावांगा। नहीं ना बच्चे को फ़ोन ले दो ना, आखिरकार स्कूल में अगर कुछ हो गया तो फिर बच्चे को भी ले दो। इस करके फिर कमाइयाँ भी ज़्यादा चाहिए ना। हमारे ज़माने में तो मम्मी पापा मानते नहीं थे, आज सारे बच्चे बर्थडे मनाते हैं। मैं अपने बच्चे का बर्थडे ना मनाऊँ ना, हम उसको पिज़्ज़ा हट लेके ना जाएं ना, 20-25 बच्चे बुलाकर वो चुच्चू वाली टोपी सी बनाकर और केक ना काटें। इस तरह तृष्णा वधदी जा रही है क्योंकि मैं आप कंटेंटेड नहीं सी, इस करके मेरा बच्चा भी कंटेंटेड नहीं है। तो मैं अपने बच्चे को भी डिसकंटेंटमेंट सिखा रहा। मानो मेरा पिता, मानो मेरा संतोख घर को बाप रिसाए, मेरे तो खुस गया, संतोख चला जाता है। संतोख लैण वास्ते दूध पियो गोबिंदे राय, दूध पियो मेरो मन पतिया, नहीं तो घर को बाप रिसाए। विजडम रूपी दूध पी लै मेरे मन, नहीं तो सतगुरु दी मत नूं सुन के तेरे कोलों संतोख चला जाएगा। नहीं तो घर को बाप रिसाए, मैं उहदे कहानी वाले अर्थ नहीं कर रहा। घर को बाप रिसाए, तेरे मन रूपी घर के अंदरों संतोख चला जाएगा। इसका मतलब इतनी बात से निकला, संतोख हमारा पिता होता है। अगर वो ठीक नहीं है पिता, तो हम असंतोखी हो जाते हैं, डिसकंटेंटेड हो जाते हैं। सेकंड, अगर मेरे को सुमत नहीं है तो मेरी माता सुमत नूं वरतन की बजाय मैं स्टैप मदर मतरई मां नूं वरतांगा। ਉਹਨੂੰ ਕਹਿੰਦੇ ਨੇ ਕੁਚੱਜੀ ਮਾਂ, ਤੇਰੀ ਮਾਂ ਕੁਚੱਜੀ ਆਈ। ਕੁਚੱਜਪੁਣਾ, ਕੁਚੱਜੀ ਮਾਂ ਮਤਰਈ ਮਾਂ ਹੁੰਦੀ ਹੈ, ਸਟੈਪ ਮਦਰ ਹੁੰਦੀ ਹੈ ਔਰ ਉਹ ਵਿਵਹਾਰ ਬੱਚੇ ਨਾਲ ਚੰਗਾ ਨਹੀਂ ਕਰਦੀ ਹੈ। ਇਸ ਕਰਕੇ ਮੈਨੂੰ ਜਦੋਂ ਭੈੜੀ ਮੱਤ ਆਉਂਦੀ ਹੈ, ਦੈਟ ਇਜ਼ ਕਾਲਡ ਮੇਰੀ ਮਾਤਾ, ਮੇਰੀ ਮੱਤ ਵਿਗੜ ਗਈ ਹੈ। ਇਹਦੇ ਨਾਲ ਕੀ ਹੋਏਗਾ, ਮੈਂ ਮਿਸਬਿਹੇਵ ਕਰਾਂਗਾ। ਇਹਦੇ ਨਾਲ ਕੀ ਹੋਏਗਾ, ਮੈਨੂੰ ਭੈੜੇ ਖਿਆਲ, ਭੈੜੀਆਂ ਆਦਤਾਂ ਜ਼ਿਆਦਾ ਬਣਨਗੀਆਂ ਔਰ ਮੈਂ ਸੰਤੋਖੀ ਨਹੀਂ ਹੋਵਾਂਗਾ। ਜਿਸ ਸਿਮਰਤ ਸਭ ਕਿਲ ਵਿਖ ਨਾਸ ਹੈ, ਭੈੜੇ ਖਿਆਲ ਆਦਤਾਂ ਚਲੇ ਜਾਂਦੇ ਨੇ। ਉਹ ਵਾਲੀ ਗੱਲ ਨੂੰ ਯਾਦ ਕਰ, ਉਹ ਵਿਜ਼ਡਮ ਲੈ। ਪਿਤਰੀ ਹੋਏ ਉਧਾਰੋ, ਤੇਰੇ ਪਿਤਰਾਂ ਦਾ ਉਧਾਰ ਹੋ ਜਾਏਗਾ। ਮੀਨਸ ਜੋ ਮਰ ਗਏ ਹੈ, ਦਾਦਾ ਦਾਦੀ, ਨਾਨਾ ਨਾਨੀ, ਮੰਮੀ ਪਾਪਾ, ਉਹਨਾਂ ਦੀ ਗੱਲ ਨਹੀਂ ਚੱਲ ਰਹੀ ਹੈ। ਪਿਤਰ ਦਾ ਮਤਲਬ ਹੈ ਜੋ ਤੇਰੇ ਇੱਥੇ ਫਿਕਸਅਪ ਕਰਨ ਵਾਲੇ असंतोखी पिता और कुचज्जी माता है ना, ਇਹ ਫਿਕਸਅਪ ਹੋ ਜਾਣਗੇ, ਹੋ ਜਾਂਦੇ ਹਨ। ਇਹ ਪ੍ਰੈਕਟੀਕਲ ਆਪਣੇ 'ਤੇ ਅਪਲਾਈ ਕਰਨ ਵਾਲੇ ਭਾਵ-ਅਰਥ ਦਾ ਢੰਗ। ਅੱਛਾ, ਜਦੋਂ ਅਸੀਂ ਇਹ ਵਾਲੀ ਮੱਤ ਮੰਗਦੇ ਹਾਂ, ਜਦੋਂ ਅਸੀਂ ਇਹ ਵਾਲੀ ਮੱਤ ਮੰਗਦੇ ਹਾਂ ਨਾ ਕਿ ਮੇਰੇ ਕੋ ਵਿਜ਼ਡਮ ਦੋ, ਮੇਰੇ ਕੋ ਸਤਿਗੁਰ ਕੀ ਮੱਤ ਦੋ, ਇਹਨੂੰ ਗੁਰਬਾਣੀ ਵਿੱਚ ਅਰਦਾਸ ਕਹਿੰਦੇ ਨੇ।
ਮੇਰੇ ਧੀ ਪੁੱਤਰ ਦਾ ਰਿਸ਼ਤਾ ਕਰਾ ਦਿਓ, ਕੋਰਟ ਦਾ ਕੇਸ ਜਿਤਾ ਦਿਓ, मकान ਦਾ सीमेंट लै ਦਿਓ, लोन लै ਦਿਓ, प्रमोशन करा ਦਿਓ। इसको अरदास नहीं बोलते हैं। गुरमत दे परिपेख च इनू अरदास नहीं बोलते ने। अच्छा, असी उंगल करते हैं प्रबंधकों वाल, ਅਸੀਂ ਉਂਗਲ ਕਰਦੇ ਹਾਂ ਭਾਈ ਸਾਹਿਬ ਜੀ ਵੱਲ। ਉਹਨਾਂ ਦਾ ਕਸੂਰ ਹੀ ਕੋਈ ਨਹੀਂ ਹੈ, ਕਿਉਂਕਿ ਮੇਰਾ ਪ੍ਰੈਕਟੀਕਲ ਵਾਪਰਿਆ ਹੋਇਆ ਹਾਦਸਾ ਹੈ ਕਿ ਮੈਂ ਬਚਪਨ ਵਿੱਚ ਲਾਜਪਤ ਨਗਰ ਰਹਿੰਦਾ ਸੀ। ਸਵੇਰੇ ਸਵੇਰੇ ਅਰਦਾਸ 4:30 ਤੋਂ 6:30 ਆਸਾ ਕੀ ਵਾਰ ਹੁੰਦੀ ਸੀ। ਅਸੀਂ 4:15 ਵਜੇ ਪਹੁੰਚ ਜਾਂਦੇ ਸੀ। ਅਸੀਂ ਸਟੇਜ 'ਤੇ ਬੈਠ ਜਾਂਦੇ ਸੀ। ਅਸੀਂ ਦੇਖਦੇ ਸੀ ਸੰਗਤਾਂ ਪਿੱਛੇ ਭਾਈ ਸਾਹਿਬ ਜੀ ਨੂੰ ਮਾਇਆ ਦੇ ਰਹੀਆਂ ਔਰ ਭਾਈ ਸਾਹਿਬ ਜੀ ਕਾਗਜ਼ 'ਚ ਨੋਟ ਕਰ ਰਹੇ ਨੇ। ਸੋ ਭਾਈ ਸਾਹਿਬ ਜੀ ਆ ਕੇ ਉਸ ਕਾਗਜ਼ ਤੋਂ ਲੈ ਕੇ 6:30 ਵਜੇ ਅਰਦਾਸ 'ਤੇ ਨਾ ਬੋਲਦੇ ਸਨ, ਕਿਹਦੇ ਵੱਲੋਂ ਕਿਤਨੇ ਰੁਪਏ ਆਏ ਹਨ, ਕਿਸਨੇ ਕੀ ਕਰਾਇਆ ਹੈ, ਕਿਹਦਾ ਪੋਤਰਾ ਤੇ ਕਿਹਦੀ ਨੂੰਹ ਪਹਿਲੀ ਦਫਾ ਗੁਰਦੁਆਰੇ ਮੱਥਾ ਟੇਕਣ ਆ ਰਹੀ ਹੈ। ਇਸ ਤਰੀਕੇ ਦੇ ਨਾਲ ਦੁਨੀਆ ਭਰ ਦੀਆਂ ਸਾਰੀਆਂ ਨਾਲ ਬ੍ਰੈਕਟ ਵਿੱਚ ਐਗਜ਼ਾਮਪਲਾਂ ਲਿਖੀਆਂ ਜਾਂਦੀਆਂ ਸੀ। ਇਹਨਾਂ ਨੇ 101 ਰੁਪਏ ਦਿੱਤੇ, ਕਿਉਂ, ਕਾਰਨ ਉਹ ਲਿਖਿਆ ਜਾਂਦਾ ਸੀ। ਸੋ ਇੱਕ ਦਿਨ ਕੀ ਹੋਇਆ, ਭਾਈ ਸਾਹਿਬ ਜੀ ਚਲੇ ਗਏ ਅਰਦਾਸ ਤੋਂ ਪਹਿਲਾਂ ਔਰ ਜਿਹੜੀ ਪਰਚੀ ਸੀ ਉਹਨਾਂ ਦੀ ਪੋਕਟ ਵਿੱਚ ਉਹਨਾਂ ਦੇ ਨਾਲ ਚਲੀ ਗਈ। ਸੋ ਦੂਜੇ ਕਿਸੇ ਭਾਈ ਸਾਹਿਬ ਜੀ ਨੇ ਅਰਦਾਸ ਕੀਤੀ, ਉਹਨਾਂ ਨੇ ਅਰਦਾਸ ਵਿੱਚ ਬੋਲਿਆ ਹੀ ਨਹੀਂ। ਫਰਜ਼ ਕਰੋ ਲਿਖਾਣ ਵਾਲੇ ਦਾ ਨਾਂ ਭੁਪਿੰਦਰ ਸਿੰਘ ਸੀ ਕਿ ਭੁਪਿੰਦਰ ਸਿੰਘ ਵੱਲੋਂ ਅੱਜ ਗੁਰਦੁਆਰੇ 11 ਕਾਰਪੈਟ ਗਲੀਚੇ ਦਿੱਤੇ ਗਏ। ਉਹਨੇ ਅਰਦਾਸ ਵਿੱਚ ਬੋਲਿਆ ਨਹੀਂ। ਉਹ ਆ ਕੇ ਕਹਿੰਦਾ ਮੇਰੇ ਗਲੀਚੇ ਵਾਪਸ ਕਰੋ, ਪੈਸੇ ਵਾਪਸ ਕਰੋ, ਮੇਰਾ ਨਾਂ ਕਿਉਂ ਨਹੀਂ ਬੋਲਿਆ। ਸਾਧ ਸੰਗਤ ਜੀ, ਬੜਾ ਅਫਸੋਸ ਮਨਾਉਣਾ ਜਦੋਂ ਸਾਡਾ ਮਨ ਕਵੇ ਕਿ ਭਾਈ ਸਾਹਿਬ ਜੀ, ਪ੍ਰਬੰਧਕ ਜੀ, ਮੇਰਾ ਨਾਂ ਬੋਲੋ, ਮੇਰਾ ਨਾਂ ਲਿਖੋ। ਅਸੀਂ ਉਹਨਾਂ ਨੂੰ ਮਜਬੂਰ ਕਰਦੇ ਹਾਂ, ਉਹ ਲਿਖ ਲੈਂਦੇ ਨੇ, ਉਹ ਅਨਾਊਂਸ ਕਰ ਦਿੰਦੇ ਨੇ। ਪਰ ਸੋਚੋ, ਜਿਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ, ਅਸੀਂ ਉਹਦੀ ਗੱਲ ਸੁਣਨ ਆਏ ਹਾਂ ਕਿ ਪਹਿਲਾਂ ਦੁਨੀਆ ਦਾ ਪ੍ਰੋਪੇਗੰਡਾ ਸੁਣਨ ਆਇਆ ਕਿ ਨਹੀਂ ਗੁਰੂ ਸਾਹਿਬ ਤੁਸੀਂ ਪਹਿਲਾਂ ਲਿਸਟ 'ਚ ਸੁਣੋ, ਅੱਜ ਕਿੰਨੇ ਕਿੰਨੇ ਪ੍ਰਸ਼ਾਦ ਕਰਾਇਆ, ਕਿੰਨੇ ਸੰਗਮਰਮਰ ਚੜਾਇਆ, ਕਿੰਨੇ ਛੱਬਾ ਚੜਾਇਆ, ਕਿਹਦਾ ਪੋਤਰਾ ਆਇਆ, ਕਿਹਦੀ ਨੂੰਹ ਆਈ, ਕਿਹਦਾ ਕੀ ਹੋਣ ਲੱਗਾ, ਕਿਹਦਾ ਕੀ ਹੋਣ ਲੱਗਾ। ਨਹੀਂ, ਪਹਿਲਾਂ ਤੁਸੀਂ ਸੁਣੋ, ਬਾਅਦ में अपनी सुनाना वाक में से। कितने असी हिपोक्रेट हाँ, कितने असी पाखंडी हाँ। गुरु पातशाह तो नहीं कह रहे क्यों बिसरे प्रभ मन ते जिसके गुण ए, क्यों बिसरे प्रभ मन ते जिसके गुण ए। माटी ते जिन साजिया, माटी ते जिन साजिया, कर दुर्लभ दे। दुर्लभ दे बना दिंदा है। ਉਹ ਤਾਂ ਨਹੀਂ ਕਦੇ ਆਪਣਾ ਨਾਂ ਅਨਾਊਂਸ ਕਰਾਂਦਾ। ਤੈਨੂੰ ਅੱਖ ਨਾ ਕੰਨ ਦਿੱਤੇ ਨੇ, ਤੈਨੂੰ ਪੂਰੀ ਬਾਡੀ ਦਿੱਤੀ ਹੈ, ਉਹ ਆਪਣੀ ਅਨਾਊਂਸਮੈਂਟ ਨਹੀਂ ਕਰਾਂਦਾ। ਤੂੰ ਕਿਉਂ ਅਨਾਊਂਸਮੈਂਟ ਕਰਾਂਦਾ? ਸੋ ਸਾਧ ਸੰਗਤ ਜੀ, ਅਸੀਂ ਕਦੋਂ ਛੁੱਟਾਂਗੇ? ਸਾਡੇ ਨਾ ਛੁੱਟਣ ਦੇ ਕਾਰਨ, ਸਾਡੇ ਵੱਡਿਆਂ ਦੀ ਰੋਂਗ ਪ੍ਰੈਕਟਿਸ ਦੇ ਕਾਰਨ ਨੌਜਵਾਨ ਗੁਰਦੁਆਰੇ ਨਹੀਂ ਆਉਂਦਾ। ਉਹ ਕਹਿੰਦਾ ਤੁਸੀਂ ਸਾਰੇ ਪਾਠ ਕਰਮ ਧਰਮ ਸਭ ਕੁਝ ਕਰਦੇ ਹੋ, ਫਿਰ ਵੀ ਆਪਣੀ ਵਾਹ ਵਾਹ, ਆਪਣੀ ਹਉਮੈ, ਪੱਖਿਆਂ 'ਤੇ ਆਪਣੇ ਨਾਂ ਲਿਖਾ ਕੇ, ਜਿਹੜਾ ਕਮਰਾ ਤੁਸੀਂ ਬਣਵਾਓ, ਕਮਰੇ ਦੇ ਬਾਹਰ ਬੜਾ ਵੱਡਾ ਪੱਥਰ ਲਗਵਾ ਕੇ ਫਲਾਣਿਆਂ ਵੱਲੋਂ ਲਗਾਇਆ ਗਿਆ, ਇਹ ਸਾਰੇ ਕੰਮਾਂ 'ਚ ਪਏ ਰਹਿੰਦੇ ਹੋ। ਵਾਈ ਸ਼ੁੱਡ ਆਈ ਗੋ ਟੂ ਗੁਰਦੁਆਰਾ? ਨੌਜਵਾਨ ਕਹਿੰਦਾ ਹੈ। ਇਹਦਾ ਮਤਲਬ ਨੌਜਵਾਨ ਦੇ ਨਾ ਆਉਣ ਦਾ ਕਾਰਨ ਸਾਡੀਆਂ ਬਚਕਾਨਾ ਆਦਤਾਂ ਹਨ। ਅਰਦਾਸ ਟੌਪਿਕ ਨੂੰ ਅਸੀਂ ਕਿਵੇਂ ਸਮਝ ਲਿਆ ਕਿ ਸਾਡੀ ਅਨਾਊਂਸਮੈਂਟ ਹੋਵੇ ਜਾਂ ਦੁਨਿਆਵੀ ਪਦਾਰਥ ਮੰਗੇ ਜਾਣ ਤਾਂ ਅਰਦਾਸ ਹੁੰਦੀ ਹੈ।
रोज़ असी खड़े होने वेले समाप्ति तो बाद आनंद साहब तो बाद पढ़ना शुरू किया, तू ठाकुर तुम पै अरदास। ये तक किधर नहीं आया कि मैं तुमसे कुछ मांग रहा हूँ। तुसी ठाकुर हो, तुसी मेरे मन नू स्टेबिलिटी दी मत देंदे हो। ठाक उर, मेरे उर को रखने वाली अक्ल, ठाकुराइन कहते हैं। तू ठाकुर तुम पै अरदास, तुहाडे अगे अरदास मैं नम्रता नाल तुहाडे अगे सरेंडर करदा। जियो पिंड सब तेरी रास, ये आपकी है। तुम मात पिता मुबारक रे, तुमरी कृपा में सुख नेरे। तुहाडी कृपा नाल मनु सुख मिले ने, मानसिक चैन मिले। कोई ना जाने तुमरा, तू चेते ऊंचा भगवंत। सगल सिमिक्री तुमरे सूत्रधारी, तुम तो स्वाज्ञाकारी। तुमरी गत में तुम ही जानी, नानक दास सदा कुर्बानी। सत्संग जी कुर्बानी की होंदा है? मैं अपनी अक्ल तुहाडे अगे सरेंडर करदा, अपना बल हारदा हाँ। कुर्ब होंदा नेड़े होना, कुर्बानी मैं अपनी अक्ल सरेंडर करके तुहाडे नेड़े होना चाहता। मेरी अक्ल ही खराबी की है? मेरी अक्ल ही खराबी है, मैं कंटेंटिड नहीं हाँ। मनु अपने नेड़े बिठा लो। सत्संग जी इस तरह बाणी के अर्थां के पिछे जिहड़ा भाव अर्थ है, हिडन एजेंडा है, जिहड़ा मैसेज अपने ते अप्लाई करने वाला वो साफ सामने निकल के आ गया। मैं तुहाडे नेड़े होना चाहता, पर मैं डिसकंटेंटिड हाँ। ਇਹਦਾ मतलब नेड़े होने की निशानी की हुई गुरबाणी विच? बी कंटेंटिड। संतोखी हो जा, तू रब दे नेड़े है। ये मेरी खोज नहीं है, ये बाणी कहती है। सत संतोख होवे अरदास, तू संतोखी हो जा। सत संतोख होवे अरदास, ता सुन सद बहालै पास। तो रब जी नेड़े बिठा लेते हैं। इसका मतलब असंतोखी होना रब जी से दूर होना है, संतोखी होना रब जी के नेड़े बहना है। ਉਹਦੇ ਵਾਸਤੇ कोई पैसे, कोई सोना, कोई फुल मत्थे नहीं टिकने पैंदे। पूजा अर्चा आए ना थोड़ी, मनु नहीं आती। तो किस तरह करिए? तन मन अर्पो, पूज चढ़ाओ। अपना आप सरेंडर कर देना, अपनी मत सरेंडर कर दे। तेरी मत दे नाल तू गॉडली क्वालिटीज़ दे मार्ग ते टुरदा नहीं है। गॉडली क्वालिटीज़ नू आइडियल्स कहते हैं। हर प्रोग्राम में मेरे शब्द तुहानू रिपीटेड मिलणगे। गॉडली क्वालिटीज़ नू रब्बी गुण कहते हैं, आइडियल्स कहते हैं, मॉरल्स कहते हैं, वर्च्यूज़ कहते हैं, निर्मल करम कहते हैं, चंगे गुण कहते हैं। चंगे गुणा नू गुरबाणी पता ही कहते हैं? चंगे गुणा दे नक्शे कदम ते चलना, चंगे गुणा दी प्रैक्टिस करना। चंगे गुणा दे नक्शे कदम ते चलना। एक पिता रिश्वत नहीं लैंदा सी, जे उहदा पुत्तर भी जदों रिश्वत नहीं लैंदा है तां घर वाले सारे कहते हैं अपने प्यो दे नक्शे कदम ते चल रहा है। प्यो शराब नहीं सी पींदा, यह अपने प्यो दे नक्शे कदम ते चल रहा है। सो चंगे गुणा दियां आदतां दी प्रैक्टिस करना, रब जी दे माइलस्टोन्स निशान उत्ते टुरना। ਉਹਨੂੰ ਕਹਿੰਦੇ ਨੇ ਚਰਨ ਚਲੋ ਮਾਰਗ ਗੋਬਿੰਦ, ਨਕਸ਼ੇ ਕਦਮ। ਸੋ ਚੰਗੇ ਗੁਣਾਂ ਦੇ ਨਕਸ਼ੇ ਕਦਮ ਨੂੰ ਕਹਿੰਦੇ ਨੇ ਸੰਤ ਕਾ ਮਾਰਗ। संत का मतलब कि निकल के आया? किसी संत जी का, बाबा जी का मार्ग नहीं। संत का मार्ग, संत मतलब चंगे चंगे गुणों का मार्ग, आइडियल्स का रास्ता, धर्म की पौड़ी। अच्छा, धर्म की पौड़ी किसको बोलते हैं? आइडियल्स पे जीना, चंगे गुणों पे जीना। असी अज अरदास टॉपिक समझने अज तो 20 साल पहला असी अरदास सैमीनार किया सी।
ਅਸੀਂ ਉਹਦੇ ਵਿੱਚ ਸ਼ਬਦ ਪੜ੍ਹਿਆ ਸੀ ਸੇਵਕ ਕੀ ਅਰਦਾਸ ਪਿਆਰੇ, ਅਸੀਂ ਉਹਦੇ 'ਚ ਪੜ੍ਹਿਆ ਸੀ ਤੂੰ ਦਾਗੇ ਅਰਦਾਸ ਮਾਰੀ, ਅਸੀਂ ਉਹਦੇ 'ਚ ਸ਼ਬਦ ਪੜ੍ਹਿਆ ਸੀ ਦੋਈ ਘਰ ਜੋੜ ਕਰੋ ਅਰਦਾਸ। ਅਸੀਂ ਅਰਦਾਸ ਦੇ ਟੌਪਿਕ ਦੇ 4-5 ਸ਼ਬਦ ਪੜ੍ਹੇ ਸੀ। ਔਰ ਫਿਰ ਅਰਦਾਸ ਦੇ ਨਾਲ ਜੁੜੇ ਹੋਏ ਜਿਹੜੇ ਲੋਕਾਂ ਦੇ ਅੰਧ ਵਿਸ਼ਵਾਸ ਨੇ, ਐਸੇ ਕਰੋ ਤਾਂ ਐਸੇ ਹੋ ਜਾਤਾ ਹੈ, ਅਸੀਂ ਉਹ ਸਾਰੀਆਂ ਪ੍ਰਚਲਿਤ ਗੱਲਾਂ ਡਿਸਕਸ ਕੀਤੀਆਂ ਸੀ। ਫਿਰ ਉਸ ਤੋਂ ਬਾਅਦ ਇਤਿਹਾਸਕ ਜਿਹੜੀਆਂ ਅਰਦਾਸ ਦੇ ਨਾਲ ਗੱਲਾਂ ਜੁੜੀਆਂ ਹੋਈਆਂ ਉਹਦੇ ਬਾਰੇ ਗੱਲ ਕੀਤੀ ਸੀ। ਉਸ ਤੋਂ ਬਾਅਦ ਅਸੀਂ ਗੁਰਬਾਣੀ 'ਚੋਂ ਅਰਦਾਸ ਦੇ ਮੈਨੇ ਸਮਝੇ ਸਨ। ਕਮ ਸੇ ਕਮ 7-8 ਘੰਟੇ ਲੱਗੇ ਸੀ। ਅੱਜ ਮੈਨੂੰ ਸੰਗਤਾਂ ਵੱਲੋਂ ਫੋਨ ਆਇਆ ਕਿ ਤੁਸੀਂ ਅਰਦਾਸ ਟੌਪਿਕ ਨੂੰ ਥੋੜ੍ਹਾ ਬਰੀਫ ਅੱਜ ਸਾਂਝ ਕਰ ਸਕਦੇ ਹੋ। ਮੈਂ ਇਹ ਸ਼ਬਦ ਪਿਕਅਪ ਕੀਤਾ। ਜਦੋਂ ਅੱਜ ਮੈਂ ਇਹਦੇ ਅੰਦਰ ਗਹਿਰਾਈ 'ਚ ਉਤਰ ਰਿਹਾ ਤਾਂ ਮੈਨੂੰ ਸਾਫ਼ ਸਮਝ ਆ ਰਿਹਾ ਕਿ ਆਈਡੀਅਲਸ ਦੇ ਵਾਸਤੇ ਆਪਣੇ ਆਪ ਨੂੰ ਕਹਿਣਾ, ਆਪਣੇ ਰੱਬ ਜੀ ਨੂੰ, ਸਤਿਗੁਰ ਨੂੰ ਕਹਿਣਾ ਕਿ ਮੈਂ ਕਿਉਂ ਸ਼ੈਤਾਨੀਅਤ ਵਾਲੇ ਮੰਦੇ ਕਰਮ ਕਰਦਾ ਹਾਂ। ਕਬੀਰ ਜੀ ਕਹਿੰਦੇ ਨੇ ਸਾਈਂ ਮੁਝ ਮੈਂ ਕਿਆ ਖਤਾ, ਸਾਈਂ ਮੁਝ ਮੈਂ ਕਿਆ ਖਤਾ, ਮੁਖੋਂ ਨਾ ਬੋਲੇ ਪੀਰ, ਮੁਖੋਂ ਨਾ ਬੋਲੇ ਪੀਰ, ਸਾਈਂ ਮੁਝ ਮੈਂ ਕਿਆ ਖਤਾ, ਸਾਈਂ ਮੁਝ ਮੈਂ। ਕਬੀਰ ਹਜ ਕਾਬੇ ਹੋਏ ਗਿਆ, ਹਜ ਕਾਬੇ ਹੋਏ केती बार कबीर, केती बार कबीर, साईं मुझ में क्या खता, साईं मुझ में क्या खता। ਕਬੀਰ ਜੀ ਕਹਿੰਦੇ ਨੇ ਮੇਰੇ ਰੱਬ ਜੀ, ਮੇਰੇ ਅੰਦਰ ਕੀ ਡੈਫੀਸ਼ੀਐਂਸੀ ਹੈ, ਮੇਰੇ ਅੰਦਰ ਕੀ ਖਤਾ ਹੈ, ਮੇਰੇ ਅੰਦਰ ਕੀ ਗਲਤੀ ਹੈ। ਮੇਰੇ ਅੰਦਰ ਦਾ ਪੀਰ ਬੋਲਦਾ ਨਹੀਂ। ਸਾਧ ਸੰਗਤ ਜੀ, ਅੰਦਰ ਦਾ ਪੀਰ ਮਤਲਬ ਅੰਦਰ ਦਾ ਰੱਬ, ਅੰਦਰ ਦਾ ਗੁਰੂ ਜੀ ਸਭ ਦਾ ਬੋਲਦਾ ਹੈ, ਪਰ ਜਿਹੜਾ ਬੋਲਦਾ ਹੈ ਅਸੀਂ ਉਹਨੂੰ ਚੁੱਪ ਕਰਾ ਦਿੰਦੇ ਹਾਂ, ਤੂੰ ਮਤ ਬੋਲ। ਆਸਤਾ ਆਸਤਾ ਉਹਦੀ ਆਵਾਜ਼ ਫੇਡ ਪੈ ਜਾਂਦੀ ਹੈ, ਦਬ ਜਾਂਦੀ ਹੈ। ਸਾਡੇ ਮਨ ਕੀ ਮਤ ਡੀਮਨ ਥਾਟਸ ਵਾਲੀ ਆਵਾਜ਼ ਜ਼ਿਆਦਾ ਆਉਣੀ ਸ਼ੁਰੂ ਹੋ ਜਾਂਦੀ ਹੈ, ਸਾਨੂੰ ਸ਼ੈਤਾਨੀਅਤ ਵਾਲੀ ਆਦਤ ਪੈ ਜਾਂਦੀ ਹੈ, ਉਹਨੂੰ ਅਸੀਂ ਦਬਾ ਦਿੰਦੇ ਹਾਂ, ਸਪਰੈਸ ਕਰ ਦਿੰਦੇ ਹਾਂ ਸਤਿਗੁਰ ਦੀ ਮੱਤ ਵਾਲੀ ਆਵਾਜ਼ ਨੂੰ। ਕਬੀਰ ਸਾਹਿਬ ਕਹਿੰਦੇ ਨੇ ਸਾਈਂ ਮੁਝ ਮੇਂ ਕਿਆ ਖਤਾ ਹੈ, ਮੇਰੇ ਅੰਦਰ ਕੀ ਗਲਤੀ ਕੀ ਹੈ ਜੋ ਮੇਰਾ ਅੰਦਰ ਦਾ ਬੋਲਦਾ ਮੈਨੂੰ ਸੁਣਾਈ ਨਹੀਂ ਦਿੰਦਾ। ਮੁੱਖੋਂ ਨਾ ਬੋਲੇ ਪੀਰ, ਕਬੀਰ ਹਜ ਕਾਬੇ ਹੋਏ ਗਿਆ। ਮੈਂ ਤੇ ਬੜੀ ਵਾਰੀ ਗਿਆ ਹਜ ਕਾਬੇ। ਸਾਧ ਸੰਗਤ ਜੀ, ਕਬੀਰ ਸਾਹਿਬ ਔਰ ਹਜ ਕਾਬੇ ਔਰ ਮੁਸਲਮਾਨਾਂ ਦੀ ਮੱਤ ਦੀ ਗੱਲ ਨਹੀਂ ਚੱਲ ਰਹੀ। ਜੇ ਆਪਣੇ ਤੇ ਟੁਕਾਈਏ, ਕਬੀਰ ਹਜ ਕਾਬੇ ਹੋਏ ਗਿਆ, ਕੇਤੀ ਬਾਰ ਕਬੀਰ, ਆਪਣੇ ਤੇ ਟੁਕਾਈਏ। ਮੈਂ ਤੇ ਗੁਰਦੁਆਰੇ ਕਿੰਨੀ ਵਾਰੀ ਗਿਆ, ਮੈਂ ਤੇ ਪਾਠ ਕਿਤਨੀ ਵਾਰੀ ਕੀਤਾ, ਮੈਂ ਚੀਲੀਏ ਕੱਟੇ ਨੇ, ਮੈਂ ਕਿਤਨੇ ਅਖੰਡ ਪਾਠ ਕੀਤੇ ਨੇ, ਕਰਵਾਏ ਨੇ। ਮੇਰਾ ਅੰਦਰ ਦਾ ਪੀਰ ਨਹੀਂ ਬੋਲਦਾ। ਹਜ ਕਾਬੇ ਹੋਏ ਗਿਆ, ਕੇਤੀ ਬਾਰ ਕਬੀਰ, ਕਿੰਨੀ ਵਾਰੀ, ਬੇਅੰਤ ਵਾਰੀ। ਸਾਧ ਸੰਗਤ ਜੀ, ਸੋ ਅੱਜ ਦਾ ਟੌਪਿਕ ਦਾ ਫੋਕਸ ਚੱਲ ਰਿਹਾ ਰਹਾਉ ਅਨੁਸਾਰ ਕਿ ਮੈਂ ਤੁਹਾਡੇ ਅੱਗੇ ਅਰਦਾਸ ਕਰਦਾ ਹਾਂ, ਔਰ ਗੁਰਮਤਿ ਅਨੁਸਾਰ ਅਰਦਾਸ ਦਾ ਮਤਲਬ ਮੈਂ ਸਰੈਂਡਰ ਕਰਦਾ ਹਾਂ, ਦੁਨਿਆਵੀ ਕੋਈ ਚੀਜ਼ ਨਹੀਂ ਮੰਗਦਾ। ਅੱਛਾ, ਮੈਂ ਸਰੈਂਡਰ ਕਿਉਂ ਕਰਦਾ ਹਾਂ? ਕਿਉਂਕਿ ਮੈਨੂੰ ਆਈਡੀਅਲਸ 'ਤੇ ਜੀਣਾ ਨਹੀਂ ਆਉਂਦਾ।
ਮੌਕੇ ਵੇਲੇ ਮੈਂ ਤਿਲਕ ਜਾਂਦਾ ਹਾਂ, मौके वेले मैं थिड़क जाता हाँ। ये कई क्वेश्चन बने हुए ने। वीर जी जब हम शमशान घाट में होते हैं वहाँ तो हम बड़े शरीफ हो जाते हैं, बाहर आके फिर भैड़े क्यों हो जाते हैं? लोग पूछते हैं, लोग पूछते हैं गुरुद्वारे में तो हम बड़े शरीफ होते हैं, फिर क्या हो जाता है? पर कई यह भी क्वेश्चन पूछते हैं, वीर जी जो पाठ करते हैं उनको गुस्सा ज़्यादा क्यों आता है? मानो लगता है उनसे पूछना पड़ेगा, क्योंकि पाठ डज नॉट सैंक्शन यू टू बी एंग्री। मतलब तू धन का ठेकेदार हो गया कि तू गाल भी कट सकता, तू क्रोध भी कर सकता, तू दूजा नूं फतवे भी दे सकना। यू आर सैंक्शनड, यू आर ग्रांटेड दिस पावर। हु गेव यू दिस पावर? यू मस्ट बी मोर हंबल। तू होर हंबल हो जा। अरदास तू दागे अरदास हमारी जियो पिंड सब तेरा, कौ नानक सब तेरी वड्याई, कोई ना ना जाना मेरा, तू तो चौधरी बन जाना धर्म दा। सो पाठ करदियां या शमशान घाट या गुरुद्वारे इनफैक्ट असी बारों कच्चे कच्चे बनते हाँ। अंदरों बारों चोपड़ी प्रीत, अंदरों असी खुश्क। सो रहाओ दे टॉपिक अरदास दे मुताबक गुरमत दा कॉन्सैप्ट निकल के आया, मैं सरेंडर करदा। ते सरेंडर मैं क्यों कीता है कि मैं मौके ते आइडियल्स नहीं जींदा हाँ। मौके ते मैं आइडियल्स तो स्लिप कर जांदा हाँ, पिघल जा, उत्थे मैं थिड़क जांदा हाँ। मैं प्रैक्टिकल नहीं होंदा। ओदा प्रैक्टिकल प्रूफ है कि सिख अपने आप नूं अखवाण वाले दाज लैंदे ने। सिख अपने आप नूं अखवाण वाले समझते ने खालसा मीन्स नो जेंडर, लेकिन असी तो धीआं वाले हाँ, असी की करिए। उन्होंने क्या सी जो पुत्रा वाले होंदे आ तां अपनियां सारियां मनमानियां असी विआह शादियां वेले करदे आ, धीआं वेले भी सारियां करदे आ। बई उन्होंने क्या सी ते असी दुनिया भर दे सब तो वड्डे पाखंडी होए कि असी दाज लैंदे और देंदे हाँ। इस तरीके दे नाल अपने अवगुणा वाल झाती ते असी मारी ही नहीं। असी जदों पाठ करदे हाँ, बाणी पढ़दे हाँ और उहदे ते जदों प्रैक्टिकल नहीं होंदे हाँ, ए वाली रियलाइजेशन साईं मुझ में क्या खता है, टुडे आई एम हियर टू सरेंडर, काइंडली ग्रांट मी योर विजडम। मनु अक्ल दिओ और अक्ल दे नाल बल दिओ कि मैं अमली जीवन मौके सिर जदों जीना है तो जी सकां। उन्होंने सूरमा कहते हैं। सूरा सो पहचानिए जो लड़े दीन के हित। तो किस तरह सूरमा बनता है? मेरे नाल इस बंदे ने धोखा किया या किसी भी गल कारण जात करके अमीरी गरीबी करके एनीथिंग लगा लो, मनु इहदे नाल नफरत है। और जदों ये आवे तो मैनू प्यार करा, पर इहदे नाल मैं नफरत दीआं अखां नाल देखा तो मनु अपनी नफरत वालियां अखां वाला पुरजा कटाना पेगा। उन्होंने कहते हैं पुरजा पुरजा कट मरै और मैं देख के नफरत ना करा। मैं किसी का बुरा कर सकता, बुरा ना करा। मैं किसी के बारे निंदा कर सकता, निंदा ना करा, अपनी जीभ कट लवां। मैं किसी के बारे निंदा सुन के कम्यूनीकेट ना करनी पवे, इस करके मैं सुनता नहीं, अपने कान कट लवां। मैं ना हाथां नाल किसी का बिगाड़ सकता, ना बिगाड़ा, पुरजा पुरजा कट मरे। सूरमा मनु बनाओ कि मैं मौके सिर मैं लोकां दे नाल मिसबिहेव ना करा। ਇਹਦਾ मतलब हर वेले मैनू आइडियल्स के नाल जीना पेगा, आइडियल्स से पैरा देना पेगा। इनू कहते हैं संत का मार्ग, धर्म की पौड़ी, कोवड भागी पाए। कोवड भागी पाए कोई फॉर्चुनेट होता है, कोई विरला होता है, वो गल नहीं चल रही। कोवड भागी पाए मीनस जो इसनू प्राप्त कर लेंदा वो को बन जाता है। को मीनस विरला बन जाता है। जपजी च असी उच्चारण करते हैं जे को मन जाने मन कोए, तो असी गलत उच्चारण करते हैं। शुद्ध उच्चारण है जे को। अगर कोई हुसोएवर, कोई भी दुनिया का इंसान मन जाने, अगर वो सच को मान लेता है और अमल करता है उस पर, मन कोए, वो मन कोए बन जाता है, वो विरला बन जाता है। असी जपजी साहब विच इसे धुरे दे आस पास के कुड़ियार तो सचियार बनन वाला मन विरला बनना चाहता है।
विरला हर कोई बन सकता है। लाखों करोड़ों के पीछे कोई एक बनता है, गुरमत का कॉन्सैप्ट नहीं है, सारे बन सकते हैं, क्योंकि गुरबाणी कहती है सबना सौरै वंजना सब मुकलावन हार, हर कोई रब जी नाल इकमिकता प्राप्त कर सकता है। सो अज दा रहाओ सेवक की अरदास प्यारे, मेरी अरदास है, मैं अरदास दे जैसचर विच हाँ, अरदास है सिर्फ कर नहीं रहा, जैसचर विच हाँ, सस्से नूं सियारी, मैं अरदास दे राही बेनती कर रहा, मीनस मैं अरदास दा बींग बन गया। अरदास दा मैं ना असी समझे सी अपना आप सरेंडर करना। सरेंडर की करना है? मेरी भैड़ी मत, मेरी भैड़ी मत मनु अवगुणा नाल जीना सिखाती है, चंगी मत दी जाचना। नानक की अरदास सुनी जै केवल नामरी दे में दी जै, मनु ऐसे वाली सुमत बख्श दिओ ना कि मैं आइडियल्स दे नाल, चंगे गुणा दे नाल, निर्मल कर्मां नाल जी सकां। गुरमत दी अरदास, अपने अवगुणा वल झाती पै गई और गुणा दे वास्ते जाचना हो गई, दैट इज अरदास। जप जीवा प्रभ चरण तुम्हारे, रब जी दे चरण की हुंदे ने असीं विचार चुके हां। नक्शे कदम, नक्शे कदम मीन्स आइडियल्स वाले गुण, आइडियल्स दे माइलस्टोन्स। चंगे गुणा दे पद चिन्ह, जिसनों असीं पहला बोलिया चरण चलो मार्ग गोबिंद। तुसी किसी खास तीरथ का नाम रख लवो और उत्थे जाना शुरू कर दो और उतों कहो इथों गुरु पातशाह लंघ के गए सन, ओनू चरण चलो मार्ग गोबिंद नहीं कहते ने गुरबाणी मुताबक। सच दे मार्ग ते टुरना, आइडियल्स दे मार्ग ते टुरना, ओनू संत कहते ने, ओनू साधु कहते ने। जप जीवा प्रभ चरण तुम्हारे, मैं मनु ऐसे वाली मत दियो जिसनों मैं दृढ़ करके, जप, जप मीन्स दृढ़ करके, जीवा तुहाडे चरना मीन्स तुहाडे आइडियल्स नक्शे कदम ते। रब जी दे नक्शे कदम की ने गुरमत अनुसार? आइडियल्स, चंगे गुण। जदों आएगा गुर के चरण जी का निस्तारा या गुर के चरण, इस तरीके के जितने भी पंक्तियां आन गया ना, गुर के चरण, रब के चरण, सतगुर के चरण, ओदा मतलब होएगा आइडियल्स दे मार्ग पद चिन्ह टुरना। मैं ये बेनती करना आया कि मैनू ये वाली सुमत बख्शो। साध संगत जी असी अरदास टॉपिक समझ रहे हाँ, शब्द दा रहाओ ये है। पहला पदा, तू बेअंत को विरला जाना है। जो इस तरीके दे नाल करदा है वो रब जी बेअंत दा मतलब की होंदा है? रब जी बेअंत दा मतलब होंदा है रब जी दे बेअंत अनलिमिटेड इनफिनिट चंगे चंगे गुण हन, तू सारे नहीं जान सकदा, पर तैनू उन्हां चों 4 गुण समझ आए। फर्ज करो तू 4 गुणा ते प्रैक्टिकल हो गया, रुक ना जाई 4 ते, स्टैगनेंट ना हो जाई, तेनू अंकार हो जाएगा मैं 4 गुणा ते अमल दी जीवन जींदा हाँ, और 5वें वास्ते तू रुक जाएगा। धार्मिक दुनिया च लोग इंज ही करते हैं, तीरथ बरत दान कर मन में तरह गुमान, नानक नेफसल जात ते जो कुंचर इशनान। सो इसका मतलब सतगुर दी मत लैके अपने आखिरी श्वासां तक असी रोज़ रोज़ चंगे चंगे गुण, बेअंत गुण सीखते हाँ। जितने सीखे हाँ उन्हां दा शो ऑफ नहीं करते, पर जे सीखते जाइए उन्होंने कहते हैं नानक निर्गुण गुण करे। लेकिन जे सीखते जाइए गुणवंत हाँ, गुण दे जिहड़े गुण ऑलरेडी जिन्हां कोल हन
ਔਰ ਜੇ ਉਹ ਗੁਣਾਂ ਨੂੰ ਰੈਲਿਸ਼ ਕਰਦੇ ਨੇ, ਲੋਕਾਂ 'ਤੇ ਅਹਿਸਾਨ ਨਹੀਂ ਛੱਡਦੇ ਨੇ, ਉਹਨਾਂ ਨੂੰ ਹੋਰ ਗੁਣ ਪ੍ਰਾਪਤ ਹੁੰਦੇ ਨੇ, ਦਿੰਦਾ ਹੈ ਉਹਨਾਂ ਨੂੰ। ਇਹਨੂੰ ਰੱਬ ਜੀ ਦੀ ਦਾਤ ਕਹਿੰਦੇ ਨੇ। ਜਿਤਨੇ ਗੁਣ ਵਧਣਗੇ ਉਤਨਾ ਸੀ ਕਾਮ, ਕੁਆਇਟ, ਸਹਿਜ, ਸਬਰ, ਸ਼ੀਤਲਤਾ ਵਾਲੇ ਬਣਦੇ ਜਾਂਦੇ ਹਾਂ, ਟਿਕਦੇ ਜਾਂਦੇ ਹਾਂ। ਜਪਜੀ ਸਾਹਿਬ ਵਿੱਚ ਅਸੀਂ ਸਮਝਿਆ ਸੀ, ਦੇਂਦਾ ਦੇ, ਲੈਂਦੇ ਥੱਕ ਪਾਏ। ਥੱਕ ਪਾਏ ਦਾ ਮਤਲਬ ਟਾਇਰਡ ਨਹੀਂ ਹੁੰਦਾ, ਉਹ ਸੁਮਤ ਬਖਸ਼ਦਾ, ਚੰਗੇ ਗੁਣ ਦਿੰਦਾ। ਲੈਂਦੇ ਲੈਣ ਵਾਲਾ, ਦੇਂਦਾ ਦੇ, ਲੈਂਦੇ ਥੱਕ ਪਾਏ, ਟਿਕ ਜਾਂਦੇ ਨੇ ਔਰ ਉਹਨਾਂ ਚੰਗੇ ਗੁਣਾਂ ਨੂੰ ਵੱਧ ਤੋਂ ਵੱਧ ਜੀਂਦੇ ਨੇ, ਹੰਡਾਉਂਦੇ ਨੇ। ਜੁਗਾ ਜੁਗੰਤਰ ਖਾਈ ਖਾਏ। ਪਰ ਸਾਧ ਸੰਗਤ ਜੀ, ਲਿਖਤੀ ਅਰਥ ਪਤਾ ਕੀ ਨੇ? ਰੱਬ ਜੀ ਦੁਨਿਆਵੀ ਬਾਉਂਟੀਜ਼, ਦਾਤਾਂ ਦਿੰਦੇ ਰਹਿੰਦੇ ਨੇ, ਲੈਣ ਵਾਲੇ ਲੈ ਲੈ ਕੇ ਥੱਕ ਜਾਂਦੇ ਨੇ। ਪਰ ਕੋਈ ਸੋਚੇ, ਤੁਸੀਂ ਤਾਂ ਦਾਤ ਦਾ ਨਾਂ ਰੱਖਿਆ ਹੈ ਪੁੱਤਰ, ਤਾਂ ਜੁਗਾ ਜੁਗੰਤਰ ਖਾਈ ਖਾਏ ਪੁੱਤਰ ਨੂੰ ਕਿਵੇਂ ਖਾਓਗੇ ਜੀ? ਤੁਸੀਂ ਕਾਰ ਦਾ ਨਾਂ ਰੱਖਿਆ ਹੋਇਆ, ਇਹ ਵੀ ਦਾਤ ਤੇਰੀ ਦਾਤਾਰ। ਮਕਾਨ ਦਾ ਨਾਂ ਰੱਖਿਆ ਹੋਇਆ, ਇਹ ਵੀ ਦਾਤ ਤੇਰੀ ਦਾਤਾਰ। ਨਾ ਮਕਾਨ ਖਾ ਸਕਦੇ ਹਾਂ, ਨਾ ਕਾਰ ਖਾ ਸਕਦੇ ਹਾਂ, ਨਾ ਦੁਕਾਨ ਖਾ ਸਕਦੇ ਹਾਂ, ਨਾ ਪੈਸਾ ਖਾ ਸਕਦੇ ਹਾਂ, ਨਾ ਤਿਜੋਰੀ ਖਾ ਸਕਦੇ ਹਾਂ। ਫਿਰ ਦਾਤਾ ਕਿਹਨੂੰ ਕਹਿੰਦੇ ਨੇ? ਗੁਰਮਤਿ ਅਨੁਸਾਰ ਦਾਤ ਦਾ ਮਤਲਬ ਹੁੰਦਾ ਹੈ ਸੁਮਤ, ਉਹ ਵਾਲੀ ਅਕਲ ਜਿਹਦੇ ਨਾਲ ਮੈਂ ਆਪਣਾ ਅਵਗੁਣ ਠੀਕ ਕਰ ਸਕਾਂ ਔਰ ਗੁਣ 'ਤੇ ਅਮਲੀ ਕਰ ਜੀ ਸਕਾਂ ਔਰ ਨਮਰਤਾ 'ਚ ਰਵਾਂ। ਇਹ ਬੇਨਤੀ ਹੈ। ਇਹਨੂੰ ਸ਼ਰਧਾ ਕਹਿੰਦੇ ਨੇ। ਅੰਤਰਜਾਮੀ ਪੁਰਖ ਵਿਦਾਤੇ ਸ਼ਰਧਾ, ये मेरी श्रद्धा है। मन की पूरे नानक दास यह सुख मांगे, मोको कर संतन की तूरे। संतन मतलब चंगे गुण। किसी मनुख दे चरना की धूड़ की गल नहीं चल रही। संतन की धूरे, मनु चंगे गुणा का एसेंस दे दिओ, मैं नम्रता च उसनू फॉलो करदा रहा। धूड़ी विच लुलंदड़ी सोहां, नानक तै शै नाले। मैं इन्हां गुणां विच ही रवां और नम्रता च रवां, आकड़ के ना रवां। मनु कल परसों किसी ने कहा किन्ना भुलेखा, मैं बड़ा हैरान होया। कहंदे जी गुरुद्वारे की प्रबंधकी तो बड़े लोग करते हैं, पर बख्शिश किसे किसे ते होंदी है। तो मैं उन्होंने बेनती की, गुरुद्वारे की सेवा करन नाल, गुरुद्वारे के प्रबंधक बनन नाल बख्शिश का कोई ताल्लुक है नहीं है। ये तुसीं मैनेज कीता है। बख्शिश है सतगुर की मत नूं मैं लै किवें सकदा, रिगार्डलैस के गुरुद्वारा मैनेज करो या ना करो। पर भुलेखा लोग इसी करके गुरुद्वारे की प्रबंधकी नाल चमड़े रहते हैं, शायद बख्शिश हो जाएगी। इंज नहीं आती, मैनेज करन नाल नहीं आती, अपने आप नूं फिक्सअप करन नाल होंदी है। तू बेअंत को विरला जाना है, को मतलब जिहड़ा विरला बन जाता है, तेरे बेअंत गुणां विच ड्राउन हो जाता है, सरेंडर कर देता है। गुर प्रसाद को शब्द पछाणा है, वो तेरी प्रसाद, तेरी विजडम के एसेंस नूं, ग्रेस नूं, किरपा नूं शब्द राहीं पछाणदा है। शब्द नूं रहाव विच क्या है? चरण जप जीवा प्रभ चरण तुम्हारे। शब्द का मतलब इस शब्द विच की है कि वो चंगे चंगे गुणां नाल जींदा है तां तुहानूं पछाणदा है। किसी का नाम लवो, नाम दे नाल वो नहीं पछाणिया जाएगा जदों तक उहदे गुणां दी गल ना करो। अल्टीमेटली गुण नाम हुंदे ने, गुणां नूं नामना कहंदे ने, गुणां नूं उहदी क्वालिटीज़ कहंदे ने। सो रब दा असीं नां क्यों लैंदे आ कि रब्बी गुणां दे नाल जी सकीए। जे रब्बी गुणां नाल नहीं जींदे आ, ਉਹਨੂੰ ਇੱਕ ਲਫ਼ਜ਼ੀ ਰਟਨ ਕਹਿੰਦੇ ਨੇ। दयाल पुरख मेरे प्रभ दाते, तुसी दयाल होए, मैं आके सरेंडर किया। ਜਿਹੜਾ मेरा अरदास का टॉपिक है कि मैं सरेंडर किया, तुसी दयाल हो, मेरे दाते हो, मैनू विजडम बख्श दो। जिस है जनाब हो, जो भी जानना चाहता है, जो जानना ही नहीं चाहता है वो आएगा मत्था टेकेगा। साध संगत जी अपने नाल कंपेयर करना, मैं तुहाडे वाल उंगल नहीं कर सकता। गुरबाणी की गल कर रहे हैं। गुरबाणी कहती है एक अपने स्वाए आए बह गुर आगे। स्वाए होंदा स्वार्थ, सैल्फिशनैस वास्ते, वैसटिड इंटरस्ट वास्ते।
एक आपने स्वाए आए बहें गुर आ गए। जो बगल समाध लगाई है, जैसे बगला भक्ति करता है ना, ऐसे हाथ आखे हाथ जोड़ लिए। लोग समझते ने रब नाल जुड़िया होया बड़ा, पर वो पता की कह रहा है, मैं फलानी रिश्वत लई, मैं फलाना काम किया, या फलानी जगह मेरी प्रमोशन करा दो, मेरा बोनस लै दो, मेरी धी का रिश्ता लै दो। हम सोच रहे थे ये भगवान से जुड़ा हुआ है, वो अपनी बात कर रहा है वहाँ पे। इन्हां चीज़ों वास्ते गुरुद्वारा बनया ही नहीं है। अच्छा, लोग फिर ये कहते हैं, अच्छा जो गुरुद्वारे जाके ना मंगीए फिर कित्थों मंगीए। कोई पूछे तेरी आत्मा कमज़ोर है, जे तू आत्मा नू बलवान कर लवे ना, फिर तेनू मंगना नहीं पेगा। दुनियावी वर्ल्डली सक्सैस दी चीज़ां नहीं मंगनियां पैणगियां, तेरी आत्मा नू बलवान करना है। बड़े लोग कहते हैं वो फलानी जगह ना जाओ, फलानी जगह ना जाओ, गुरु के दर ते आओ, पर अल्टीमेटली आओ कि दुनियावी चीज़ें मंगो। कितना भुलेखा है। आपने अवगुणों वाल ध्यान नहीं पएगा, सरेंडर नहीं आएगा, ते सतगुर दी मत नहीं आएगी, इंट्रोस्पेक्शन नहीं आएगी। जिसे जनाबो तिन्हें तुम जाते, whosoever wants to know then you grant the wisdom। जो सीखना चाहता है ओनू। जिनके पांडे पाओ तिना सवार सी, सूखी करे पसाओ दुख विसार सी। जिनको पांडे पाओ तिना सवार सी, सूखी करे पसाओ दुख विसार सी। सूखी करे पसाओ दुख दुख विसार देगा तेरा, दुख तेनू भुला ही देगा, तेनू सुखी कर देगा जे तेरे भांडे अंदर भाव होए। भाव की होना चाहिए? ਇਹ ਦੁਨਿਆਵੀ ਗੱਲਾਂ ਛੱਡੋ, ਸਤਿਗੁਰੂ ਪਾਤਸ਼ਾਹ ਇਹ ਤੇ ਸਭ ਜਗ੍ਹਾ ਫਿਕਸਅਪ ਹੋ ਜਾਣਗੀਆਂ। ਮਨੂੰ ਸੁਮਤ ਬਖਸ਼ ਦਿਓ ਨਾ, ਮੈਂ ਮੌਕੇ ਵੇਲੇ ਸਬਰ ਕਿਸ ਤਰ੍ਹਾਂ ਕਰਾਂ, ਮੈਂ ਮੌਕੇ ਵੇਲੇ ਛਿੱਥਾ ਨਾ ਪਵਾਂ, ਮੈਂ ਡਿਸਟਰਬ ਨਾ ਹੋਵਾਂ, ਮੈਂ ਕੰਟੈਂਟਿਡ ਹੋਵਾਂ, ਮੈਂ ਆਪਣਾ ਬੈਲੈਂਸ ਬਣਾ ਸਕਾਂ। ਮੈਂ ਇਸ ਭਾਵ ਨਾਲ ਆਇਆ। ਜਿਸੇ ਜਨਾਵੋ एक होर एग्जाम्पल असी समझिया सी, उन्होंने दोबारा दृढ़ कर लीए। दाते दात रखी हथ अपने जिस भावे तिस देई दे अर्थ असी समझते होंदे सी, रब ने दात अपने हथ रखी हुई है, उन्होंने जिहड़ा पसंद होंदा उन्होंने देंदे ने। पर अर्थ जदों असी रहाव नाल रल के पढ़े तो उस शब्द के मैंने निकल के आए, दाते ने दात अपने हाथ रखी हुई है, जिस और तिस दे सस्से नूं औंकड़ लगी हुई है। जिसको ये दात पसंद है, जिस भाव है, रब जी जिसनों पसंद करते हैं, नहीं है मीनिंग, जिस भाव है मतलब जिस मनुख दे मन नूं ये वाली दात पसंद आउंदी है, जिसको पसंद आवे तिस देई उसको दे देते हैं, जिसको पसंद नहीं आती है वो नहीं आता है। ਉਹਦੀਆਂ ਬੜੀਆਂ ਸਾਰੇ ਸਿੰਪਟਮਸ ਨੇ ਜਿਨ੍ਹਾਂ ਨੂੰ ਪਸੰਦ ਨਹੀਂ ਆਉਂਦੀ। ਉਹ ਗੁਰਦੁਆਰਾ ਮੈਨੇਜ ਕਰਨਗੇ, ਗੁਰੂ ਦੀ ਮੱਤ ਨਹੀਂ ਲੈਣਗੇ। ਉਹ ਪ੍ਰਬੰਧਕਾਂ ਦਾ ਨੁਕਸ ਕੱਢਣਗੇ, ਗੁਰੂ ਦੀ ਮੱਤ ਨਹੀਂ ਲੈਣਗੇ। ਭਾਈ ਸਾਹਿਬ ਜੀ, ਸੇਵਾਦਾਰ ਜੀ, ਰਾਗੀ ਸਿੰਘ ਜੀ ਦਾ ਨੁਕਸ ਕੱਢਣਗੇ, ਗੁਰੂ ਦੀ ਮੱਤ ਨਹੀਂ ਲੈਣਗੇ। क्रिटिक्स करेंगे, गुरु की मत नहीं लेंगे। फिर कई घर बैठे कहेंगे मम्मी पापा आप तो हर टाइम लड़ते रहते हो, फिर बोलते हो गुरुद्वारे जाना चाहिए, इससे अच्छा तो मैं गुरुद्वारे जाता ही नहीं। गुरु की मत नहीं लैनी। उन्हें नुक्स मम्मी पापा का कट दिता। मम्मी पापा तो लूजर ने, तू भी लूजर है। गुरु की मत इज़ नॉट सब्जैक्ट टू वैदर योर मम्मी पापा फाइट्स और नॉट। गुरु की मत इज़ नॉट सब्जैक्ट टू वैदर गुरुद्वारे के प्रबंधक लड़ते हैं कि नहीं। बड़े सारे लोग यही कहते हैं गुरुद्वारे हमने नहीं जाना, वहाँ पर पॉलिटिक्स होती है। अच्छा, पॉलिटिक्स वाले जाना, तू गुरु की गल है, जिस भाव है तिस दई। अगर तू मत लैन जाएगा तो मत मिल जाएगी, क्योंकि मत दी उत्थे बारिश हो रही है। और बारिश सिर्फ गुरुद्वारे अंदर नहीं होती। ईट दा नाम वसायो, घर बैठे गुरु ते आयो, सब जगह होती है। सारी धरती ते सब जगह बारिश हो रही है, गुर प्रसाद। गुरुद्वारे ते असीं रल के बैठ जाते हैं, एक मौका बनता है, एक ढंग बनता, एक माहौल बनता है कि असी एक टॉपिक नूं उभार के डिस्कस करते हैं। उन्होंने सत्संगत सतगुर चटसाल कहते हैं। सदा सदा जाई बलिहारी, इस करके मैं तुहाडे तो हमेशा बलिहार जाता। क्यों? क्योंकि मैं सदा सदा तुहाडे मार्ग ते टुरना चाहना।
जिस वेले मैं आइडियल्स दे नाल नहीं जीविया उस वेले मैं तुहानूं भुलाया ना, उस वेले मैं तुहाडे नक्शे चरना ते नहीं रहा ना, मैं चरना नूं भुलाया। इत उत देखो ओट तुम्हारी, मैं हर वेले तुहाडे चंगे गुणा दी ओट लैंदा हाँ। इत उत देखो, इत उत दा मतलब लोकी करदे ने इस लोक विच अते मरण तो बाद परलोक विच। असीं गुरमत अनुसार समझे हाँ मेरे बाहरले एक्शन नूं लोक कहंदे ने और मेरे अंदरली दे सोच दे ਜਿਹੜੇ ਖਿਆਲ ਨੇ ਉਹਨਾਂ ਨੂੰ ਪਰਲੋਕ ਕਹਿੰਦੇ ਨੇ। ਜੇ ਉਹ ਚੰਗੇ ਨੇ ਤੇ ਉਹ ਬੈਕੁੰਠ ਵਾਲੇ ਪਰਲੋਕ ਦੇ ਖਿਆਲ ਨੇ, ਜੇ ਉਹ ਠੀਕ ਨੇ ਤਾਂ ਲੋਕ ਸੁਖੀਏ ਪਰਲੋਕ ਸੁਹੇਲੇ। ਜੇ ਅੰਦਰ ਦੇ ਖਿਆਲ ਠੀਕ ਨਹੀਂ ਨੇ, ਲੋਕ ਗਿਓ ਪਰਲੋਕ ਗਵਾਇਓ। ਅੰਦਰੋਂ ਵੀ ਬਾਹਰੋਂ ਵੀ ਅਪਸੈਟ ਕਲ अंदरों बाहरों ਜਿਹੜੇ अपसैट होंगे ना, हाय मर गया, हाय हाय दर्द है, ओहो दुनिया बदल गई है, जमाना बदल गया, बड़ा भैड़ा, जीन का दिल नहीं करता, लोकी धोखेबाज, बाणी सच क्या जगत में झूठी देखी प्रीत। इस तरह लोकी घर बैठे त्यूड़ी चाड़ के मत्थे वट्टी रखते हैं और हाय हाय करते रहते हैं। ਇਹਦਾ मतलब की है, ਉਹਨਾਂ ਦਾ अंदर ਦਾ सोचनी ਦਾ ढंग मैला है, मन मैला है, सब कुछ मैला। सो उन्हों का परलोक ठीक नहीं है। जो अंदर से फिट नहीं है वो बाहर भी फिट नहीं, जो अंदर से फिटिया है वो बाहर से भी फिटिया है। सो गुरु पातशाह कहते हैं इतूत देखो ओट तुम्हारी, मैं अंदरों ते बाहरों जियो निर्मल, बाहरों निर्मल, बाहरों निर्मल, जियो ता निर्मल तुहाडी मत लैंदा। जियो निर्मल बाहरों निर्मल, बाहरों निर्मल जियो ता निर्मल, सतगुर ते करनी कमाणी। सतगुर ते करनी कमाई की है? सतगुर दे दसे नक्शे कदम ते चलना। ਉਹਨੂੰ ਕਹਿੰਦੇ ਨੇ ਅਰਦਾਸ ਵਿੱਚ ਜਪ ਜੀਵਾਂ ਪ੍ਰਭ ਚਰਨ ਤੁਮਾਰੇ। ਇਹ ਮੈਂ ਓਟ ਲਈ ਹੈ ਕਿ ਮੈਂ ਜਿੱਥੇ ਵੀ ਜਾਵਾਂ ਮੈਂ ਚੰਗੇ ਗੁਣਾਂ ਦਾ ਸਾਥ नहीं ਛੱਡਣਾ, मैं चंगे गुण अपने पक्के बन के रखने। सब्जैक्ट टू परसन, किसी भी बंदे ने मेरे नाल किस तरह बिहेव किया, मैं अपना एटीट्यूड ऑफ स्पिरिचुअलिटी नहीं छड्डना। संत ना छाड़े संत ही जे कोटक मिले असंत। पर लोकी की कहते हैं छड्डन वेले, ना जी ना इंज ते अगला फिर सिर ते चढ़ जाएगा, टिकट ग्रांटिड ले लेगा। ठीक है फिर तुसी गालां कढ़ लो, ठीक है फिर तुसी भी उच्चा बोल लो, ठीक है फिर तुहाडी मर्जी है, फिर धर्म नूं छिक्के टंग दिओ। पर जेड़ा अरदास कर रहा है कि मैं तुहाडे चरनां 'च हमेशा रवां, वो फिर अपने आप नूं बरकरार रखदा है। मोए निर्गुण गुण किछु न जाता, मैं रब जी तुहाडे कोई गुण नहीं जानदा हाँ। बिल्कुल यूनीक अरदास तो लैके हर पदे दे इंटरलिंक्ड मीनिंग्स बन के आ रहे हैं। मेरी इंटरप्रिटेशन नहीं है। नानक साधु देख मन राता, मेरा मन खुश होंदा है। साधु मीनस आइडियल्स, आइडियल्स नूं मन दियां अखां दे नाल देखना और फिर उन्होंने रैलिश करके उन्होंने नाल जीना, उन्होंने रते रहना, उहदे च ओत प्रोत रहना, पैनीट्रेटिड रहना। लोकी अवगुणा च खचत होंदे ने, उन्होंने कहंदे ने लोग अवगुणा की बन्ने गंठड़ी, लोग अवगुणा की बन्ने गंठड़ी, गुण ना विहाजे कोए, गुण ना विहाजे कोए, लोग अवगुण की बन्ने गंठड़ी, लोग अवगुण की बन्ने गंठड़ी। लोग अवगुणा विच खचत रहंदे ने दिन रात। जेड़ा मन सरैंडर कर रहा ना कि मेरी अज दी अरदास है, वो चंगे गुणा दे रंग विच रत्या रहिंदा है। अज असीं की सिੱਖਿਆ? अरदास करन दा ढंग। अरदास ऐसे वाली क्यों करनी है कि मैनू महसूस होया कि मैं अमली जीवन नहीं जींदा, मैं अमली जीवन जीना चाहता, इस करके तुहाडे चरनां विच हमेशा रहना चाहता। वो वाली मैनू मत बख्शो। फाइनल कंक्लूजन,
ਅਸੀਂ ਸਮਝਿਆ ਸੀ ਸ਼ਰਨ ਵਿੱਚ ਰਹਿਣਾ ਕਿਹਨੂੰ ਕਹਿੰਦੇ ਨੇ। ਸ਼ਰਨ ਸਾਧ ਸੰਗਤ ਜੀ, ਚਾਰ ਦੀਵਾਰਾਂ ਦੇ ਕਿਸੇ ਮੰਦਰ ਮਸਜਿਦ ਗੁਰਦੁਆਰੇ ਚਲੇ ਜਾਓ, ਉਹਨੂੰ ਸ਼ਰਨ ਨਹੀਂ ਕਹਿੰਦੇ ਨੇ ਅਕੋਰਡਿੰਗ ਟੂ ਗੁਰਮਤ। ਕਿਉਂ? ਕਿਉਂਕਿ ਰੱਬ ਜੀ ਸਭ ਜਗ੍ਹਾ ਰਹਿੰਦੇ ਨੇ। ਰੱਬ ਨੂੰ ਬਾਰੇ ਕਹਿੰਦੇ ਆ ਕਣ ਕਣ ਮੇ ਭਗਵਾਨ, ਓਮਨੀ ਪ੍ਰੈਜ਼ੈਂਟ, ਹਾਜ਼ਰ ਹਜ਼ੂਰ, ਜ਼ਾਹਰ ਜ਼ਹੂਰ, ਸਭ ਜਗ੍ਹਾ ਭਰਪੂਰ ਕਹਿੰਦੇ ਆ ਨਾ ਅਸੀਂ। ਜਲ ਥਲ ਮਈਲ ਰਿਹਾ ਭਰਪੂਰ, ਨਿਕਟ ਵਸੈ ਨਾਹੀ ਪ੍ਰਭ ਦੂਰ, ਸਭ ਜਗ੍ਹਾ ਰਹਿੰਦੇ ਨੇ ਨਾ। ਜਿਨ੍ਹਾਂ ਦੇ ਸਭ ਜਗ੍ਹਾ ਰਹਿੰਦੇ ਨੇ ਉਹ ਲੋਕੀ ਕਿਸੇ ਖਾਸ ਤੀਰਥ 'ਤੇ ਨਹੀਂ ਜਾਂਦੇ ਨੇ, ਨਾ ਮੱਸਿਆ ਪੂਰਨਮਾਸ਼ੀ ਸੰਗਰਾਂਦ, ਨਾ ਸਾਲਾਨਾ, ਨਾ ਕਦੇ, ਉਹਨਾਂ ਜਾਣਾ ਨਹੀਂ ਪੈਂਦਾ। ਉਹਨਾਂ ਵਾਸਤੇ ਰੱਬ ਜਗ੍ਹਾ। ਸੈਕਿੰਡ, ਉਹ ਕਦੇ ਗੁਰਦੁਆਰੇ ਨੂੰ ਗੁਰੂ ਘਰ ਨਹੀਂ ਕਹਿੰਦੇ ਨੇ, ਉਹਨਾਂ ਵਾਸਤੇ ਗੁਰੂ ਸਭ ਜਗ੍ਹਾ ਹੈ। ਗੁਰੂ ਮੇਰੇ ਸੰਗ ਸਦਾ ਨਾਲ, ਉਹ ਗੁਰੂ 300 ਸਾਲਾ ਗੁਰੂ ਦੇ ਨਾਲ ਨਹੀਂ ਮਨਾਉਂਦੇ ਨੇ, ਉਹ ਹਰ ਵੇਲੇ ਹੀ ਗੁਰੂ ਦੇ ਨਾਲ ਰਹਿੰਦੇ ਨੇ। ਜਦੋਂ ਹਰ ਵੇਲੇ ਗੁਰੂ ਦੇ ਨਾਲ ਰਹਿੰਦੇ ਨੇ ਔਰ ਗੁਰੂ ਦੇ ਨਕਸ਼ੇ ਕਦਮ 'ਤੇ ਚੱਲਦੇ ਨੇ ਤਾਂ ਗੁਰੂ ਦੀ ਸ਼ਰਨ ਵਿੱਚ ਰਹਿੰਦੇ ਨੇ। ਤਾਂ ਅਸੀਂ ਸਮਝਿਆ ਸੀ कोलू का बैल जब चलता है तो तेली दूसरे से पूछता है क्या बैल शरण में है। शरण का मतलब होंदा सी क्या बैल अपने पद चिन्ह के ऊपर चल रहा है। ਜਿਹੜੇ ਪਦ ਚਿੰਨ੍ਹ 'ਤੇ ਚੱਲਦਾ ਸੀ ਨਾ, ਪਗਡੰਡੀ ਉਹਦੇ ਕਦਮਾਂ ਨਾਲ ਬਣ ਜਾਂਦੀ ਸੀ ਔਰ ਉਸ ਗੋਲ ਸਰਕਲ ਦੀ ਪਗਡੰਡੀ 'ਤੇ ਚੱਲਦਾ ਰਹਿੰਦਾ ਸੀ, ਤੇਲ ਨਿਕਲ ਰਹਾ ਹੈ। ਤਾਂ तो ये लफ्ज़ बनया क्या बैल शरण में है, अपने पद चिन्ह पर चल रहा है। पद चिन्ह ते टुरना पूरी दुनिया 'ਚ ਰੱਬ ਜੀ ਨੇ, हर जगह रब जी दे मार्ग ते टुरना, रब जी दी शरण में रहना।